ਵਾਹਿਗੁਰੂ ਸਾਹਿਬ ਜੀ ਦੋਹਰਾ ਸਤਿਗੁਰ ਕੁਦਰਤ ਹੋ ਭਈ ਕਰਨ ਸੁਸਿੰਗਨ ਕਾਜ। ਸਤਿਗੁਰ ਕੁਦਰਤ ਜੋ ਭਈ ਕਰਨ ਸੁਸਿੰਗਨ ਕਾਜ। ਭਾਈ ਜੱਸਾ ਸਿੰਘ ਰਾਮਗੜੀਆ ਉਹਨੇ ਖਾਲਸੇ ਨੂੰ ਇੱਕ ਚਿੱਠੀ ਲਿਖੀ ਤਾਂ ਜੋ ਖਾਲਸਾ ਭੁੱਲਾਂ ਨੂੰ ਬਖਸ਼ਾ ਕੇ ਆਪਣੇ ਨਾਲ ਮੇਲ ਲਵੇ ਅਤੇ ਖਾਲਸੇ ਦੇ ਨਾਲ ਰਲ ਕੇ ਭਾਈ ਜੱਸਾ ਸਿੰਘ ਦੀ ਸ਼ਹਾਦਤ ਦਾ ਜਾਮ ਪੀ ਸਕੇ। ਖਾਲਸੇ ਨੇ ਅੰਦਰ ਉਸ ਚਿੱਠੀ ਨੂੰ ਵਾਚਿਆ। ਫੈਸਲਾ ਕਰਨ ਤੋਂ ਬਾਅਦ ਫਿਰ ਭਾਈ ਜੱਸਾ ਸਿੰਘ ਨੂੰ ਖਾਲਸੇ ਦੀ ਸ਼ਰਨ ਵਿੱਚ ਆਉਣ ਦਾ ਹੁਕਮ ਦੇ ਦਿੱਤਾ। ਜੱਸਾ ਸਿੰਘ ਰਾਮਗੜੀਆ ਅਰਸਤ ਪਾਣੀ ਲੈ ਕੇ ਅਸਲਾ ਬਰੂਦ ਲੈ ਕੇ ਕਿਲੇ ਦੇ ਅੰਦਰ ਚਲਾ ਗਿਆ, ਜਿਹਦੇ ਨਾਲ ਸਿੱਖਾਂ ਦੀ ਤਾਕਤ ਵੱਧ ਗਈ, ਹੌਸਲੇ ਵੱਧ ਗਏ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਸਤਿਗੁਰੂ ਨੇ ਇੱਕ ਕਾਰਜ ਸਵਾਰਿਆ ਤੇ ਇੱਕ ਕਾਰਜ ਸਵਾਰਨ ਦੇ ਨਾਲ ਕਈ ਹੋਰ ਕਾਰਜ ਵੀ ਸੌਰ ਗਏ। ਕਿਉਂਕਿ ਆਪਾਂ ਅਕਸਰ ਜ਼ਿੰਦਗੀ ਵਿੱਚ ਵੇਖਦੇ ਹਾਂ, ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਜਦੋਂ ਮਨੁੱਖ ਦਾ ਇੱਕ ਕਾਰਜ ਵਿਗੜ ਜਾਵੇ ਤਾਂ ਮਨੁੱਖ ਦੇ ਸਿਰ ਦੇ ਉੱਤੇ ਦੁੱਖਾਂ ਦਾ, ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਅਖੀਰ ਮਨੁੱਖ ਇੱਥੋਂ ਤੱਕ ਰੱਬ ਨੂੰ ਕਹਿਣ ਲੱਗ ਪੈਂਦਾ ਹੈ ਕਿ ਰੱਬ ਮੈਨੂੰ ਹੀ ਦੁੱਖ ਦਿੰਦਾ ਹੈ, ਹੋਰ ਕੋਈ ਰੱਬ ਨੂੰ ਦਿਖਾਈ ਨਹੀਂ ਦਿੰਦਾ। ਸਾਰੇ ਦੁੱਖਾਂ ਦੇ ਪਹਾੜ ਮੇਰੇ ਘਰ ਦੇ ਵਿੱਚ ਹੀ ਸੁੱਟ ਦਿੱਤੇ ਹਨ। ਪਰ ਜਦੋਂ ਉਹ ਰੱਬ ਕਿਰਪਾ ਕਰਦਾ ਹੈ, ਮਨੁੱਖ ਦਾ ਇੱਕ ਕਾਰਜ ਸਵਾਰਦਾ ਹੈ ਤੇ ਇੱਕ ਕਾਰਜ ਸਵਾਰਨ ਦੇ ਨਾਲ ਮਨੁੱਖ ਦੇ ਕਈ ਕਾਰਜ ਸਵਾਰ ਦਿੰਦਾ ਹੈ। ਪਰਮਾਤਮਾ ਦੀ ਇਹ ਖੇਡ ਹੈ, ਕੁਦਰਤ ਦੀ ਇਹ ਖੇਡ ਹੈ, ਰੱਬ ਦਾ ਨਿਯਮ ਹੈ। ਇਸੇ ਤਰੀਕੇ ਨਾਲ ਹੁਣ ਪਰਮਾਤਮਾ ਗੁਰੂ ਜੀ ਨੇ ਸਤਿਗੁਰ ਕੁਦਰਤ ਜੋ ਭਈ ਕਰ ਸੁਸਿੰਗਨ ਕਾਜ। ਪਰਮਾਤਮਾ ਸਤਿਗੁਰੂ ਜੀ ਨੇ ਸਿੱਖਾਂ ਦਾ ਇੱਕ ਕਾਰਜ ਸਵਾਰਿਆ। ਜੱਸਾ ਸਿੰਘ ਅੰਦਰ ਗਿਆ ਅਤੇ ਇੱਕ ਕਾਰਜ ਸਵਾਰਨ ਦੇ ਨਾਲ ਸਿੱਖਾਂ ਦੇ ਕਈ ਕਾਰਜ ਹੋਰ ਸਵਾਰੇ ਗਏ। ਸਿੱਖਾਂ ਦੀ ਭੁੱਖ ਦੀ ਕਿਲਤ ਵੀ ਦੂਰ ਹੋਈ, ਅਸਲਾ ਬਰੂਦ ਦੀ ਕਮੀ ਵੀ ਦੂਰ ਹੋਈ, ਗਿਣਤੀ ਵਿੱਚ ਵੀ ਵਾਧਾ ਹੋਇਆ। ਇਹ ਸਾਰੀਆਂ ਕਮੀਆਂ ਸਤਿਗੁਰੂ ਜੀ ਨੇ ਕੁਦਰਤ ਦੇ ਨਾਲ, ਕਲਾ ਦੇ ਨਾਲ ਸਿੱਖਾਂ ਦੀਆਂ ਇਹਨਾਂ ਕਮੀਆਂ ਨੂੰ ਦੂਰ ਕਰ ਦਿੱਤਾ। ਬੜੇ ਮੁਲਤਾਨੇ ਆਏ ਸੋ ਪੁੱਤ ਖਾਨੂ ਸ਼ਾਹ ਨਵਾਜ। ਬੜੇ ਮੁਲਤਾਨੇ ਆਏ ਸੋ ਪੁੱਤ ਖਾਨੂ ਸ਼ਾਹ ਨਵਾਜ। ਸਿਰਫ ਇਹੋ ਕਾਰਜ ਨਹੀਂ, ਕਈ ਹੋਰ ਵੀ ਪ੍ਰਮਾਤਮਾ ਗੁਰੂ ਨੇ ਕਾਰਜ ਸਵਾਰੇ ਹਨ। ਜਿਵੇਂ ਕਿ ਭਾਈ ਰਤਨ ਸਿੰਘ ਜੀ ਦੇ ਬੜੇ ਮੁਲਤਾਨੇ ਆਏ ਸੋ ਪੁੱਤ ਖਾਨੂ ਸ਼ਾਹ ਨਵਾਜ। ਜ਼ਕਰੀਆ ਖਾਨ ਦਾ ਪੁੱਤਰ ਸ਼ਾਹ ਨਵਾਜ ਤੇ ਇੱਕ ਜਹੀਆ ਖਾਨ। ਜਦੋਂ ਜਹੀਆ ਖਾਨ ਸਿੱਖਾਂ ਦੇ ਉੱਤੇ ਛੋਟਾ ਘੱਲੂਘਾਰਾ ਕਰਦਾ ਹੈ, ਲਖਪਤ ਰਾਏ ਦੀ ਅਗਵਾਈ ਦੇ ਵਿੱਚ ਕੁਝ ਸਮੇਂ ਬਾਅਦ ਜਹੀਆ ਖਾਨ ਦੀ ਬਗਾਵਤ ਕਰਦਿਆਂ ਹੋਇਆ ਇਹ ਸ਼ਾਹ ਨਵਾਜ ਨੇ ਫੌਜਾਂ ਲਾਹੌਰ ਤੇ ਚੜਾ ਕੇ ਲਿਆਂਦੀਆਂ ਅਤੇ ਸ਼ਾਹ ਨਵਾਜ ਨੇ ਆਪਣੀ ਤਾਕਤ ਦੇ ਨਾਲ ਆਪਣੇ ਭਰਾ ਨੂੰ ਹਰਾ ਕੇ ਤਖਤ ਦਾ ਮਾਲਕ ਬਣ ਗਿਆ। ਇਹ ਜਿਹੜਾ ਸ਼ਾਹ ਨਵਾਜ ਜਦੋਂ ਤਖਤ ਤੇ ਬੈਠਾ, ਦਿੱਲੀ ਤੇ ਤਖਤ ਲਾਹੌਰ ਤੇ ਬੈਠਾ, ਤੇ ਮੀਰ ਮਨੂੰ ਨੇ ਆਪਣੀ ਤਾਕਤ ਦੇ ਨਾਲ ਸ਼ਾਹ ਨਵਾਜ ਨੂੰ ਲਾਹੌਰ ਵਿੱਚੋਂ ਬਾਹਰ ਕੱਢ ਦਿੱਤਾ। ਤੇ ਹੁਣ ਜਿਹੜਾ ਸ਼ਾਹ ਨਵਾਜ ਹੈ ਆਪਣਾ ਬਦਲਾ ਲੈਣ ਵਾਸਤੇ ਮੀਰ ਮਨੂੰ ਦੇ ਕੋਲੋਂ ਮੁਲਤਾਨ ਦੇ ਇਲਾਕੇ ਦੇ ਉੱਤੇ ਮੁਲਤਾਨ ਦਾ ਨਵਾਬ ਬਣ ਬੈਠਾ ਹੈ। ਨਵਾਬ ਦਾ ਜਿਹੜਾ ਉਹਨੇ ਕਬਜ਼ਾ ਕਰ ਲਿਆ ਅਤੇ ਐਲਾਨ ਕਰ ਦਿੱਤਾ ਕਿ ਇੱਥੇ ਮੇਰੀ ਹਕੂਮਤ ਹੈ। ਬੜੇ ਮੁਲਤਾਨੇ ਆਏ ਸੋ ਪੁੱਤ ਖਾਨੂ ਸ਼ਾਹ ਨਵਾਜ। ਮੁਲਤਾਨ ਦਾ ਨਵਾਬ ਹੁਣ ਸ਼ਾਹ ਨਵਾਜ ਬਣ ਗਿਆ। ਉਹ ਤੇ ਉਹਨੇ ਬਗਾਵਤ ਕਰ ਦਿੱਤੀ ਹੈ ਲਾਹੌਰ ਦੇ ਮੀਰ ਮਨੂੰ ਦੇ ਖਿਲਾਫ ਕਿ ਮੈਂ ਆਪਣਾ ਬਦਲਾ ਲਵਾਂਗਾ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਸਤਿਗੁਰੂ ਨੇ ਇਹ ਵੀ ਕਾਰਜ ਸਵਾਰ ਦਿੱਤਾ, ਕਿਉਂਕਿ ਉਧਰ ਮੁਲਤਾਨ ਦੇ ਵਿੱਚ ਸ਼ਾਹ ਨਵਾਜ ਕਾਬਜ ਹੋਇਆ ਹੈ। ਇਧਰ ਮੀਰ ਮਨੂੰ ਦੀਆਂ ਫੌਜਾਂ ਅੰਮ੍ਰਿਤਸਰ ਦੀ ਧਰਤੀ ਤੇ ਘੇਰਾ ਪਾ ਕੇ ਬੈਠੀਆਂ ਹਨ, ਜਿਹਦੇ ਕਰਕੇ ਮੀਰ ਮਨੂੰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਜੇ ਸ਼ਾਹ ਨਵਾਜ ਫੌਜਾਂ ਲੈ ਕੇ ਆ ਗਿਆ, ਮੇਰੀਆਂ ਫੌਜਾਂ ਜਿਹੜੀਆਂ ਅੰਮ੍ਰਿਤਸਰ ਹੈ, ਤੇ ਸ਼ਾਹ ਨਵਾਜ ਨੇ ਮੈਨੂੰ ਗ੍ਰਿਫਤਾਰ ਕਰ ਲੈਣਾ, ਮੈਨੂੰ ਮਾਰ ਵੀ ਸਕਦਾ ਹੈ ਅਤੇ ਇਹ ਲਾਹੌਰ ਤੇ ਉਹਨੇ ਕਬਜ਼ਾ ਕਰ ਲੈਣਾ ਹੈ।
ਇਹ ਜਿਹੜਾ ਕਾਰਜ ਖਾਲਸੇ ਦਾ ਸਵਾਰਿਆ ਸਤਿਗੁਰੂ ਨੇ, ਜਿਸ ਕਰਕੇ ਮੀਰ ਮਨੂੰ ਨੇ ਆਪਣੀਆਂ ਫੌਜਾਂ ਨੂੰ ਹੁਕਮ ਕਰ ਦਿੱਤਾ ਕਿ ਅੰਮ੍ਰਿਤਸਰ ਦਾ ਕਿਲੇ ਦਾ ਮੋਰਚਾ ਚੁੱਕ ਕੇ ਵਾਪਸ ਲਾਹੌਰ ਪਹੁੰਚ ਜਾਇਆ ਜਾਏ, ਇਸ ਸਿੱਖਾਂ ਦਾ ਖਹਿੜਾ ਛੱਡਿਆ ਜਾਵੇ ਤੇ ਆਉਣ ਵਾਲੀ ਮੁਸੀਬਤ ਦਾ ਸਾਹਮਣਾ ਕੀਤਾ ਜਾਵੇ। ਜਿਸ ਕਰਕੇ ਸਿੱਖਾਂ ਦਾ ਇਹ ਵੀ ਕਾਰਜ ਸੌਰਿਆ ਕਿ ਬਾਹਰ ਦੀਆਂ ਫੌਜਾਂ ਬਿਨਾਂ ਲੜਿਆਂ ਤੋਂ, ਬਿਨਾਂ ਕਿਲਾ ਢਾਏ ਤੋਂ ਹੀ ਆਪਣਾ ਮੋਰਚਾ ਚੁੱਕ ਕੇ ਲਾਹੌਰ ਵਾਪਸ ਆ ਗਈਆਂ, ਜਿਹਦੇ ਨਾਲ ਸਿੱਖਾਂ ਦੇ ਅੰਦਰ ਦੀਆਂ ਕਮੀਆਂ ਵੀ ਜਿਹੜੀਆਂ ਪੂਰੀਆਂ ਹੋਈਆਂ, ਬਾਹਰ ਦਾ ਮੋਰਚਾ ਵੀ ਚੁੱਕਿਆ ਗਿਆ ਅਤੇ ਸਤਿਗੁਰੂ ਜੀ ਨੇ ਇਸ ਤਰੀਕੇ ਨਾਲ ਸਿੱਖਾਂ ਦੇ ਸਾਰੇ ਕਾਰਜ ਰਾਸ ਕਰ ਦਿੱਤੇ। ਤੇ ਜਦੋਂ ਆਪਾਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਦਾ ਇੱਕ ਬਚਨ ਆਉਂਦਾ ਹੈ ਬਾਣੀ ਵਿੱਚ, ਧਰ ਜੀਅਰ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਉਹ ਕਾਰਜ ਜਿਹੜੇ ਸਾਰੇ ਰਾਸ ਹੁੰਦੇ ਹਨ ਜਦੋਂ ਇੱਕ ਤੇ ਭਰੋਸਾ ਰੱਖਿਆ ਜਾਵੇਗਾ, ਜਦੋਂ ਇੱਕ ਤੇ ਯਕੀਨ ਸਾਡਾ ਰਵੇਗਾ ਤੇ ਸਾਡੇ ਸਾਰੇ ਕਾਰਜ ਰਾਸ ਹੋਣਗੇ। ਹੁਣ ਕੱਲੇ ਕਾਰਜ ਸਾਡੇ ਦੁਨਿਆਵੀ ਨਹੀਂ ਹਨ, ਸਾਡੇ ਅੰਤਰੀਵ ਵੀ ਕੁਝ ਕਾਰਜ ਹਨ, ਜਿਨ੍ਹਾਂ ਨੂੰ ਕਾਰਜਾਂ ਨੂੰ ਪੂਰਾ ਕਰਨ ਵਾਸਤੇ ਸਾਨੂੰ ਆ ਮਨੁੱਖਾ ਦੇਹੀ ਮਿਲੀ ਹੈ। ਕਿਉਂਕਿ ਅਸੀਂ ਬਾਹਰੀ ਕਾਰਜਾਂ ਵੱਲ ਧਿਆਨ ਦਿੰਦੇ ਹਾਂ ਕਿ ਫਲਾਣਾ ਕਾਰਜ ਸਾਡਾ ਪੂਰਾ ਹੋ ਜਾਵੇ, ਬਿਜ਼ਨਸ ਜਿਹੜਾ ਵੱਧ ਜਾਵੇ, ਉਹ ਜਿਹੜੇ ਕਾਰਜਾਂ ਵੱਲ ਸਾਡਾ ਧਿਆਨ ਹੈ ਤੇ ਉਹ ਕਾਰਜ ਸਾਡੇ ਸਮੇਂ-ਸਮੇਂ ਨਾਲ ਪੂਰੇ ਵੀ ਹੁੰਦੇ ਹਨ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਜਿਹੜੇ ਕਾਰਜਾਂ ਦੀ ਗੱਲ ਸਤਿਗੁਰੂ ਜੀ ਬਾਹਰੀ ਦੁਨਿਆਵੀ ਅਲੰਕਾਰ ਵਰਤ ਕੇ ਗੱਲ ਕਰਦੇ ਹਨ, ਉਹ ਅਸਲ ਵਿੱਚ ਕਾਰਜ ਜਿਹੜੇ ਹਨ ਉਹ ਮਨੁੱਖ ਦੇ ਅੰਤਰੀਵ ਕਾਰਜ ਹਨ, ਜਿਨ੍ਹਾਂ ਕਾਰਜਾਂ ਨੂੰ ਮਨੁੱਖ ਨੇ ਕਰਨਾ ਹੈ ਤੇ ਉਹ ਕਰਦੇ ਜੁਗਤ ਢੰਗ ਤਰੀਕਾ ਸਤਿਗੁਰੂ ਜੀ ਨੇ ਬਾਣੀ ਵਿੱਚ ਦੱਸਿਆ ਹੈ। ਹੁਣ ਉਹ ਅੰਤਰੀਵ ਕਾਰਜ ਕਿਹੜੇ ਹਨ? ਉਹ ਅੰਤਰੀਵ ਕਾਰਜ ਹਨ ਕਿ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਕਹਿੰਦੇ ਆ ਸਭ ਤੋਂ ਪਹਿਲਾ ਵੱਡਾ ਕਾਰਜ ਹੈ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੀ ਬਾਣੀ ਵਿੱਚ ਕਿਹਾ, ਮਨ ਜੀਤੈ ਜਗ ਜੀਤ। ਜਿਹਨੂੰ ਬਾਬਾ ਫਰੀਦ ਜੀ ਕਹਿੰਦੇ, ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਕਿਉਂਕਿ ਆ ਜਿਹੜੇ ਕਾਰਜ ਸਾਡੇ ਅੰਦਰ ਦੇ ਹਨ, ਜਿਹੜਾ ਸਾਡੇ ਅੰਦਰ ਮਨੁਆ ਹੈ, ਜਿਹਨੂੰ ਅਸੀਂ ਮਨ ਕਹਿੰਦੇ ਹਾਂ, ਸਤਿਗੁਰੂ ਜੀ ਕਹਿੰਦੇ ਸਭ ਤੋਂ ਜ਼ਰੂਰੀ ਕਾਰਜ ਮਨੁੱਖ ਤੇਰਾ ਆ ਹੈ, ਤੇਰਾ ਮਨ ਦਾ ਟਿਕਾ ਵੱਜ ਜਾਵੇ, ਤੇਰਾ ਮਨ ਟਿਕ ਜਾਵੇ। ਮਨ ਦੀ ਤੂੰ ਸਾਧਨਾ ਕਰ, ਕਿਉਂਕਿ ਜਿਸ ਵਕਤ ਤੂੰ ਮਨ ਦੀ ਸਾਧਨਾ ਕਰ ਲਵੇਂਗਾ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ, ਤੇਰੇ ਸਾਰੇ ਦੇ ਸਾਰੇ ਕਾਰਜ ਰਾਸ ਹੋਣਗੇ। ਕਿਉਂਕਿ ਜਦੋਂ ਮਨ ਟਿਕ ਗਿਆ ਤੇ ਅੰਦਰ ਦੇ ਕਾਰਜ ਆਪਣੇ ਆਪ ਰਾਸ ਹੋ ਜਾਣੇ ਹਨ ਤੇ ਬਾਹਰ ਦੇ ਕਾਰਜ ਵੀ ਆਪਣੇ ਆਪ ਰਾਸ ਹੋਏ। ਕਿਉਂਕਿ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਮਨ ਦੀਆਂ ਜਿੰਨੀਆਂ ਵੀ ਇੱਛਾਵਾਂ ਹਨ, ਭਾਵੇਂ ਉਹ ਦੁਨਿਆਵੀ ਹਨ ਤੇ ਭਾਵੇਂ ਅੰਤਰੀਵ ਹਨ, ਉਹ ਸਾਰੀਆਂ ਦੀਆਂ ਸਾਰੀਆਂ ਉਦੋਂ ਪੂਰੀਆਂ ਹੋ ਜਾਣਗੀਆਂ ਜਦੋਂ ਮਨੁੱਖ ਮਨ ਨੂੰ ਸਾਧਨ ਲੱਗ ਪਵੇਗਾ ਤੇ ਸਾਧਿਆ ਮਨੁੱਖ ਸੱਚਮੁੱਚ ਸਿੱਧ ਬਣ ਜਾਵੇਗਾ। ਮਨੁੱਖ ਆਪਣੇ ਮਨ ਨੂੰ ਟਿਕਾ ਲਵੇਗਾ। ਆ ਜਿਹੜਾ ਮਨੁੱਖ ਦਾ ਅਸਲ ਵਿੱਚ ਜਿਹੜਾ ਮੁੱਖ ਕਾਰਜ ਹੈ, ਜਿਹਨੂੰ ਕਰਨ ਵੱਲ ਮਨੁੱਖ ਦਾ ਧਿਆਨ ਕੋਈ ਨਹੀਂ, ਦੁਨਿਆਵੀ ਕਾਰਜ ਵੱਲ ਮਨੁੱਖ ਦਾ ਧਿਆਨ ਹੈ ਤੇ ਧਿਆਨ ਹੋਣਾ ਵੀ ਚਾਹੀਦਾ ਹੈ। ਕਿਉਂਕਿ ਆਪ ਨਾ ਦੇਹੋ ਤੇ ਲਿਓ ਮੰਗੈ। ਸਤਿਗੁਰੂ ਜੀ ਸਪਸ਼ਟ ਤੌਰ ਤੇ ਬਾਣੀ ਵਿੱਚ ਕਿਹਾ, ਪ੍ਰਮਾਤਮਾ ਜੇ ਤੂੰ ਨਹੀਂ ਦੇਣਾ ਤਾਂ ਫਿਰ ਮੈਨੂੰ ਦੱਸ ਕੇ ਮੰਗਾ ਕਿਹਦੇ ਕੋਲ। ਸਤਿਗੁਰੂ ਜੀ ਕਹਿੰਦੇ ਮੰਗਣਾ ਜ਼ਰੂਰੀ ਹੈ, ਪਰ ਨਾਲ ਦੀ ਨਾਲ ਇੱਕ ਗੱਲ ਅੰਦਰ ਦੀ ਮੰਗ ਲਾ, ਜਿਹਦੇ ਨਾਲ ਤੇਰਾ ਮਨ ਦਾ ਟਿਕਾ ਵੱਜ ਜਾਵੇਗਾ। ਕਿਉਂਕਿ ਜਿੰਨਾ ਚਿਰ ਮਨ ਦਾ ਟਿਕਾ ਨਹੀਂ, ਬਾਹਰੀ ਤੌਰ ਤੇ ਤੂੰ ਭਾਵੇਂ 100 ਕਾਰਜ ਰਾਸ ਕਰਵਾ ਲੈ, ਤੇਰਾ ਮਨ ਫਿਰ ਵੀ ਨਹੀਂ ਟਿਕਣਾ। ਕਿਉਂਕਿ ਬਾਹਰੀ ਤੌਰ ਤੇ ਤੂੰ 100 ਤੋਂ ਵੱਧ ਵੀ ਕਹਿਣਾ ਆ ਵੀ ਹੁਣ ਕਾਰਜ ਰਾਸ ਹੋ ਜਾਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਭ ਤੋਂ ਜ਼ਰੂਰੀ ਹੈ ਕਿ ਮਨੁੱਖ ਤੇਰਾ ਮਨ ਦਾ ਟਿਕਾ ਦਾ ਕਾਰਜ ਰਾਸ ਹੋਵੇ। ਇਹ ਜਦੋਂ ਕਾਰਜ ਰਾਸ ਹੋ ਗਿਆ, ਸਤਿਗੁਰੂ ਜੀ ਕਹਿੰਦੇ ਆਪਣੇ ਆਪ ਤੇਰੇ ਬਾਹਰੀ ਕਾਰਜ ਵੀ ਰਾਸ ਹੋ ਜਾਣੇ ਹਨ ਤੇ ਤੇਰੇ ਅੰਦਰ ਦੇ ਕਾਰਜ ਵੀ ਰਾਸ ਹੋ ਜਾਣੇ ਹਨ। ਸਿਰਫ ਇਸ ਮਨ ਨੂੰ ਜਿਹੜਾ ਸਾਧਨ ਦੀ ਲੋੜ ਹੈ ਤੇ ਮਨ ਨੂੰ ਸਾਧਿਆ ਕਿਵੇਂ ਜਾਏ, ਉਹਦੀ ਜੁਗਤੀ ਸਤਿਗੁਰੂ ਨੇ ਦੱਸ ਦਿੱਤੀ। ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ। ਕਹਿੰਦੇ ਕਛੂ ਥੋੜਾ ਬਹੁਤਾ ਇਹਨੂੰ ਗਿਆਨ ਪੜਾਈ ਜਾ, ਮਨ ਨੂੰ ਅੰਤਰੀਵ ਗਿਆਨ ਦੇ ਇਹਨੂੰ
ਜਿਹਦੇ ਨਾਲ ਮਨ ਦਾ ਟਿਕਾ ਵੱਜਦਾ ਰਵੇ ਤੇ ਤੇਰੇ ਕਾਰਜ ਜਿਹੜੇ ਹੌਲੀ ਹੌਲੀ ਆਪਣੇ ਆਪ ਰਾਸ ਹੁੰਦੇ ਜਾਣ। ਕਿਉਂਕਿ ਜਦੋਂ ਤੂੰ ਆਪਣੇ ਆਪ ਨੂੰ ਸਾਧੀ ਗਿਆ ਤੇ ਗੁਰੂ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਇੱਕ ਬਚਨ ਕਹਿੰਦੇ ਹਨ। ਸਤਿਗੁਰੂ ਜੀ ਕਹਿੰਦੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਹੋਏ ਗਿਰ ਪਰਿਆ ਕਲੇਜੇ ਛੇਕ। ਕਹਿੰਦੇ ਜਦੋਂ ਤੇਰੇ ਕਲੇਜੇ ਵਿੱਚ ਸ਼ਬਦ ਦਾ ਤੀਰ ਵੱਜ ਕੇ ਤੇਰਾ ਮਨ ਦਾ ਟਿਕਾ ਵੱਜ ਗਿਆ, ਉਦੋਂ ਤੇਰੇ ਸਾਰੇ ਦੇ ਸਾਰੇ ਕਾਰਜ ਆਪਣੇ ਆਪ ਰਾਸ ਹੋ ਜਾਣਗੇ। ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਧਰ ਜੀਆ ਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੇ ਭਗਤ ਕਰਨ ਤੇ, ਤਿਨ ਕੇ ਕਾਰਜ ਸਵਾਰਤਾ। ਉਹਦੇ ਸਾਰੇ ਕਾਰਜ ਰਾਸ ਹੁੰਦੇ ਹਨ। ਤੇ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਹਨ, ਸਿੱਖਾਂ ਨੇ ਮਨ ਦਾ ਟਿਕਾ ਰੱਖਿਆ ਗੁਰੂ ਦੇ ਉੱਤੇ ਕਿ ਗੁਰੂ ਭਲੀ ਕਰੇਗਾ, ਗੁਰੂ ਤੇ ਭਰੋਸਾ ਰੱਖਿਆ ਤੇ ਭਰੋਸੇ ਦੇ ਨਾਲ ਗੁਰੂ ਨੇ ਅਜਿਹੀ ਖੇਡ ਰਚਾ ਦਿੱਤੀ, ਅਜਿਹਾ ਕੌਤਕ ਰਚਾ ਦਿੱਤਾ ਜਿਹਦੇ ਨਾਲ ਮਨੁੱਖ ਦੇ ਸਿੱਖਾਂ ਦੇ ਬਾਹਰੀ ਕਾਰਜ ਵੀ ਰਾਸ ਹੋ ਗਏ ਤੇ ਕਿਲੇ ਦੇ ਕਾਰਜ ਵੀ ਰਾਸ ਹੋ ਗਏ ਤੇ ਮਨੁੱਖ ਦੇ ਜਿਹੜੇ ਅੰਦਰ ਦੇ ਹੌਸਲੇ ਉਹ ਹੋਰ ਬੁਲੰਦ ਹੋ ਗਏ। ਅੰਦਰ ਦੀਆਂ ਕਮੀਆਂ ਕਿਲੇ ਦੀਆਂ ਦੂਰ ਹੋਈਆਂ ਤੇ ਬਾਹਰੀ ਜਿਹੜੇ ਮੋਰਚੇ ਜਿਹੜਾ ਦੀਨਾ ਬੇਗ ਦੀ ਅਗਵਾਈ ਵਿੱਚ ਲੱਗੇ ਹੋਏ ਸਨ, ਉਹ ਜਿਹੜੇ ਮੋਰਚੇ ਵੀ ਚੁੱਕੇ ਗਏ। ਤੇ ਚੁੱਕੇ ਕਿਵੇਂ ਗਏ? ਸਤਿਗੁਰ ਕੁਦਰਤ ਜਉ ਭਏ, ਕਰਨ ਸੋ ਸਿੰਘਨ ਕਾਜ, ਬੜੇ ਮੁਲਤਾਨੇ ਆਏ ਜੋ ਪੁੱਤ ਖਾਨੂ ਸ਼ਾਹ ਨਵਾਜ। ਕਿਉਂਕਿ ਜਿਹੜਾ ਸ਼ਾਹ ਨਵਾਜ ਜ਼ਕਰੀਆ ਖਾਨ ਦਾ ਪੁੱਤਰ ਹੈ, ਉਹਨੇ ਮੁਲਤਾਨ ਦੇ ਉੱਤੇ ਕਬਜ਼ਾ ਕਰ ਲਿਆ। ਚੌਪਈ ਤਬ ਤੁਰਕਨ ਆਪਣੀ ਪੜ ਗਈ, ਤਬ ਤੁਰਕਨ ਆਪਣੀ ਪੜ ਗਏ। ਜਦੋਂ ਸ਼ਾਹ ਨਵਾਜ ਨੇ ਮੁਲਤਾਨ ਤੇ ਕਬਜ਼ਾ ਕੀਤਾ, ਇਹ ਸਾਰੀਆਂ ਖਬਰਾਂ ਜਿਹੜੀਆਂ ਹਨ ਮੀਰ ਮੰਨੂ ਤੱਕ ਪਹੁੰਚੀਆਂ ਹਨ। ਤੇ ਕੱਲੀ ਇਹ ਖਬਰ ਨਹੀਂ, ਇੱਕ ਨਾਲ ਹੋਰ ਵੀ ਮੁਸੀਬਤ ਉੱਠ ਰਹੀ ਹੈ। ਉਹ ਮੁਸੀਬਤ ਕਿਹੜੀ ਹੈ? ਕਾਬਲ ਦੀ ਧਰਤੀ ਤੋਂ ਅਬਦਾਲੀ ਫਿਰ ਹਿੰਦੁਸਤਾਨ ਨੂੰ ਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਵੀ ਖਬਰ ਜਿਹੜੀ ਮੀਰ ਮੰਨੂ ਨੂੰ ਮਿਲ ਗਈ, ਕਿਉਂਕਿ ਮੀਰ ਮੰਨੂ ਦਾ ਅਬਦਾਲੀ ਵੀ ਦੁਸ਼ਮਣ ਹੈ, ਮੀਰ ਮੰਨੂ ਜਿਹੜਾ ਹੈ ਉਹਦਾ ਸ਼ਾਹ ਨਵਾਜ ਵੀ ਦੁਸ਼ਮਣ ਹੈ ਤੇ ਮੀਰ ਮੰਨੂ ਦੇ ਸਿੱਖ ਵੀ ਹੁਣ ਦੁਸ਼ਮਣ ਹਨ। ਭਾਵ ਕਿ ਚੌਵੇਂ ਬੰਨਿਆਂ ਤੋਂ ਘਿਰਿਆ ਹੋਇਆ ਹੈ। ਹੁਣ ਕਿਸੇ ਬੰਨੇ ਵੀ ਮੂੰਹ ਕਰਦਾ ਉਹਨੂੰ ਮੌਤ ਹੀ ਦਿਖਾਈ ਦਿੰਦੀ ਹੈ, ਕਿਉਂਕਿ ਸਿੱਖ ਵੀ ਜਿਹੜੇ ਚਾਹੁੰਦੇ ਹਨ ਕਿ ਹੁਣ ਮੀਰ ਮੰਨੂ ਨੂੰ ਮਾਰ ਦਿੱਤਾ ਜਾਵੇ। ਸ਼ਾਹ ਨਵਾਜ ਵੈਸੇ ਬਗਾਵਤ ਕਰਕੇ ਬੈਠ ਗਿਆ ਤੇ ਅਬਦਾਲੀ ਜਿਹੜਾ ਹੈ ਉਹਨੇ ਜਿਹੜਾ ਹਿੰਦੁਸਤਾਨ ਤੇ ਹਮਲਾ ਕਰਨ ਦਾ ਜਿਹੜਾ ਵਾ ਉਹ ਤਿਆਰਾ ਕਰ ਲਿਆ। ਉਹਨੇ ਵੀ ਤਿਆਰੀਆਂ ਪੂਰੀਆਂ ਖਿੱਚੀਆਂ ਹੋਈਆਂ ਹਨ, ਜਿਸ ਕਰਕੇ ਲਾਹੌਰ ਦੇ ਨਵਾਬ ਮੀਰ ਮੰਨੂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਤਬ ਤੁਰਕਣ ਆਪਣੀ ਪੜ ਗਏ। ਮੀਰ ਮੰਨੂ ਨੂੰ ਜਿਹੜਾ ਫਿਕਰ ਪੈ ਗਿਆ ਕਿ ਇਹ ਤਾਂ ਮੁਸੀਬਤਾਂ ਦਾ ਪਹਾੜ ਮੇਰੇ ਉੱਤੇ ਆ ਗਿਆ ਹੈ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਸਿੱਖਾਂ ਦੀਆਂ ਮੁਸੀਬਤਾਂ ਦੂਰ ਹੋਈਆਂ, ਸਾਰੇ ਕਾਰਜ ਰਾਸ ਹੋ ਗਏ, ਪਰ ਮੀਰ ਮੰਨੂ ਦੀਆਂ ਮੁਸੀਬਤਾਂ ਵੱਧ ਗਈਆਂ। ਇੱਕ ਮੁਸੀਬਤ ਦੇ ਨਾਲ ਕਈ ਮੁਸੀਬਤਾਂ ਨੇ ਹੋਰ ਜਨਮ ਲੈ ਲਿਆ। ਅਬਦਾਲੀ ਵੀ ਮੁਸੀਬਤ ਉੱਠ ਗਈ ਹੈ, ਸ਼ਾਹ ਨਵਾਜ ਵੀ ਜਿਹੜਾ ਉੱਠ ਗਿਆ ਹੈ ਤੇ ਇਧਰ ਜਿਹੜਾ ਕਿਲਾ ਦਾ ਘੇਰਾ ਪਾਇਆ ਹੋਇਆ ਸੀ ਉਹ ਵੀ ਜਿਹੜਾ ਮੀਰ ਮੰਨੂ ਨੂੰ ਚੁੱਕਣਾ ਪੈ ਗਿਆ। ਜਿਸ ਕਰਕੇ ਤਬ ਤੁਰਕਣ ਆਪਣੀ ਪੜ ਗਈ। ਮੀਰ ਮੰਨੂ ਨੂੰ ਫਿਕਰ ਪੈ ਗਿਆ, ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਮੀਰ ਮੰਨੂ ਨੇ ਫੌਜ ਸੱਦ ਲਈ, ਮੀਰ ਮੰਨੂ ਨੇ ਫੌਜ ਸੱਦ ਲਈ। ਜਦੋਂ ਮੀਰ ਮੰਨੂ ਤੱਕ ਇਹ ਸਾਰੀਆਂ ਗੱਲਾਂ ਪਹੁੰਚੀਆਂ ਕਿ ਅਬਦਾਲੀ ਜਿਹੜਾ ਤਿਆਰੀ ਕਰ ਰਿਹਾ ਹੈ, ਸ਼ਾਹ ਨਵਾਜ ਨੇ ਬਗਾਵਤ ਕਰ ਦਿੱਤੀ ਹੈ, ਜੱਸਾ ਸਿੰਘ ਰਾਮਗੜੀਆ ਸਿੱਖਾਂ ਨਾਲ ਮਿਲ ਗਿਆ ਹੈ, ਅਦੀਨਾ ਬੇਗ ਪਹਾੜੀ ਰਾਜੇ ਇਕੱਲੇ ਰਹਿ ਗਏ ਹਨ। ਤਾਂ ਮੀਰ ਮੰਨੂ ਨੇ ਆਪਣੇ ਰਾਜ ਨੂੰ ਬਚਾਉਣ ਦੇ ਲਈ ਲਾਹੌਰ ਦੇ ਵਿੱਚ ਕਾਬਜ ਰਹਿਣ ਵਾਸਤੇ ਉਹਨੇ ਅਦੀਨਾ ਬੇਗ ਨੂੰ ਹੁਕਮ ਕਰ ਦਿੱਤਾ, ਸੁਨੇਹਾ ਭੇਜ ਦਿੱਤਾ ਕਿ ਅੰਮ੍ਰਿਤਸਰ ਤੋਂ ਮੋਰਚੇ ਚੁੱਕ ਲਏ ਜਾਣ ਅਤੇ ਸਿੱਧੀਆਂ ਫੌਜਾਂ ਲਾਹੌਰ ਦੀ ਧਰਤੀ ਤੇ ਆਉਣ, ਕਿਉਂਕਿ ਸਿੱਖਾਂ ਨਾਲ ਆਪਾਂ ਬਾਅਦ ਚ ਵੀ ਵੇਖ ਸਕਦੇ ਹਾਂ, ਪਰ ਜੇ ਲਾਹੌਰ ਹੀ ਚਲਾ ਗਿਆ ਤਾਂ ਫਿਰ ਸਿੱਖਾਂ ਨੇ ਆਪਾਂ ਨੂੰ ਜਿਹੜਾ ਵਾ ਛੱਡਣਾ ਨਹੀਂ। ਤੇ ਇਧਰ ਸ਼ਾਹ ਨਵਾਜ ਨੇ ਵੀ ਆਪਾਂ ਨੂੰ ਮਾਰਨ ਦਾ ਪੂਰੀ ਤਿਆਰੀ ਕੀਤੀ ਹੈ, ਜਿਸ ਕਰਕੇ ਮੀਰ ਮੰਨੂ ਨੇ ਹੁਕਮ ਭੇਜ ਦਿੱਤਾ ਅਤੇ ਅਦੀਨਾ ਬੇਗ ਨੇ ਆਪਣੀਆਂ ਫੌਜਾਂ ਨੂੰ ਚੁੱਕਿਆ ਅਤੇ ਸਿੱਧਾ ਜਿਹੜਾ ਹੈ ਉਹ ਲਾਹੌਰ ਦੀ ਧਰਤੀ ਤੇ ਪਹੁੰਚ ਗਈਆਂ। ਤਬ ਕੌੜਾ ਮਲ ਬਾਤ ਬਣਾਈ, ਤਬ ਕੌੜਾ ਮਲ ਬਾਤ ਬਣਾਈ।
ਜਦੋਂ ਸਾਰੀਆਂ ਫੌਜਾਂ ਲਾਹੌਰ ਪਹੁੰਚ ਗਈਆਂ ਤੇ ਮੀਰ ਮਨੂੰ ਨੇ ਫਿਰ ਦੀਵਾਨ ਸਜਾਇਆ ਹੈ ਤੇ ਦੀਵਾਨ ਦੇ ਵਿੱਚ ਫਿਰ ਕੌੜਾ ਮੱਲ ਜੀ ਜਿਹੜਾ ਬਹੁਤ ਹੀ ਸ੍ਰੇਸ਼ਟ ਬੁੱਧੀ ਵਾਲਾ, ਬਹੁਤ ਸਿਆਣਾ ਅਤੇ ਮੌਕੇ ਨੂੰ ਸਾਂਭਣ ਵਾਲਾ ਬੰਦਾ ਹੈ, ਉਹਨੂੰ ਆਪਣੇ ਕੋਲ ਸੱਦਿਆ ਹੈ। ਕੌੜਾ ਮੱਲ ਜੀ ਨੂੰ ਕਹਿਣ ਲੱਗਾ, ਮੀਰ ਮਨੂੰ ਕਿ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ, ਮੌਤ ਏਦਾਂ ਲੱਗਦੀ ਹੈ ਬਹੁਤ ਨੇੜੇ ਆ ਗਈ ਹੈ, ਤੁਸੀਂ ਕੋਈ ਨਾ ਕੋਈ ਸਲਾਹ ਦਵੋ ਤਾਂ ਜੋ ਇਹਨਾਂ ਮੁਸੀਬਤਾਂ ਦਾ ਹੱਲ ਹੋ ਸਕੇ, ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾ ਸਕੇ, ਇਹਨਾਂ ਮੁਸ਼ਕਲਾਂ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ, ਕੋਈ ਨਾ ਕੋਈ ਸਲਾਹ ਦਵੋ। ਤਬ ਕੌੜਾ ਮੱਲ ਬਾਤ ਬਣਾਈ। ਕਹਿੰਦੇ ਫਿਰ ਕੌੜਾ ਮੱਲ ਨੇ ਮੀਰ ਮਨੂੰ ਨੂੰ ਬਾਤ ਬਣਾ ਕੇ ਦੱਸੀ ਹੈ, ਉਹਨੂੰ ਸਾਰੀ ਢੰਗ ਤਰੀਕਾ ਦੱਸਿਆ ਤੇ ਕੌੜਾ ਮੱਲ ਮੀਰ ਮਨੂੰ ਨੂੰ ਇਸ ਤਰੀਕੇ ਨਾਲ ਗੱਲ ਕਹਿੰਦਾ ਹੈ। ਸਿੰਘਨ ਲਈਏ ਸਾਥ ਰਲਾਈ, ਸਿੰਘਨ ਲਈਏ ਸਾਥ ਰਲਾਈ। ਕੌੜਾ ਮੱਲ ਜੀ ਕਹਿਣ ਲੱਗਾ, ਮੀਰ ਮਨੂੰ ਨਵਾਬ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਸਿੱਖ ਵੀ ਆਪਣੇ ਦੁਸ਼ਮਣ ਹਨ, ਸ਼ਾਹ ਨਵਾਜ਼ ਵੀ ਆਪਣਾ ਦੁਸ਼ਮਣ ਹੈ ਤੇ ਅਬਦਾਲੀ ਵੀ ਜਿਹੜਾ ਦੁਸ਼ਮਣ ਹੈ, ਕਿਉਂਕਿ ਆਪਾਂ ਮਦਦ ਵੀ ਕਿਸੇ ਦੀ ਨਹੀਂ ਲੈ ਸਕਦੇ, ਕਿਉਂਕਿ ਜਿਹੜਾ ਉੱਥੇ ਬੈਠਾ ਹੋਇਆ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਹੈ, ਉਹਨੂੰ ਆਪਣਾ ਪਤਾ ਕੋਈ ਨਹੀਂ ਕਿ ਮੈਂ ਜਿੰਦਾ ਹਾਂ ਮੈਂ ਮਰਿਆ, ਨਸ਼ੇ ਦੇ ਵਿੱਚ ਗੜੋਚ ਰਹਿੰਦਾ ਹੈ ਤਾਂ ਨਸ਼ੇੜੀ ਬੰਦੇ ਨੂੰ ਕੀ ਪਤਾ ਕਿ ਕਿਹੜੇ ਬੰਨੇ ਕੀ ਹੋ ਰਿਹਾ ਹੈ। ਜਿਸ ਕਰਕੇ ਮੀਰ ਮਨੂੰ ਜਿਹੜਾ ਉਹ ਦਿੱਲੀ ਤੋਂ ਵੀ ਮਦਦ ਨਹੀਂ ਮੰਗਾ ਸਕਦਾ। ਤੇ ਕੌੜਾ ਮੱਲ ਕਹਿਣ ਲੱਗਾ, ਮੀਰ ਮਨੂੰ ਜੀ ਹੁਣ ਇੱਕੋ ਹੱਲ ਹੈ, ਜੇ ਆਪਣਾ ਬਚਾਅ ਕਰਨਾ ਚਾਹੁੰਦੇ ਜੇ, ਆਪਣੇ ਰਾਜ ਨੂੰ ਬਚਾਉਣਾ ਚਾਹੁੰਦੇ ਜੇ, ਆਪਣੇ ਦੁਸ਼ਮਣ ਸ਼ਾਹ ਨਵਾਜ਼ ਨੂੰ ਮਾਰਨਾ ਚਾਹੁੰਦੇ ਜੇ ਤੇ ਅਬਦਾਲੀ ਦੀਆਂ ਫੌਜਾਂ ਦਾ ਸਾਹਮਣਾ ਕਰਨਾ ਚਾਹੁੰਦੇ ਜੇ, ਫਿਰ ਤੁਹਾਨੂੰ ਸਿੱਖਾਂ ਨਾਲ ਹੱਥ ਮਿਲਾਉਣਾ ਪਵੇਗਾ, ਕਿਉਂਕਿ ਆਪਣੇ ਕੋਲ ਇੰਨੀਆਂ ਫੌਜਾਂ ਦੇ ਵਿੱਚ ਤਾਕਤ ਨਹੀਂ ਕਿ ਉਹ ਤੇਰੀਆਂ ਅਬਦਾਲੀ ਦੇ ਨਾਲ ਸਾਹਮਣਾ ਕਰ ਸਕੇ। ਸ਼ਾਹ ਨਵਾਜ਼ ਨਾਲ ਤੇ ਭਾਵੇਂ ਕੁਝ ਸਮਾਂ ਲੜ ਸਕਣਗੀਆਂ, ਪਰ ਅਬਦਾਲੀ ਦਾ ਸਾਹਮਣਾ ਕਰਨ ਦੀ ਤਾਕਤ ਜਿਹੜੀ ਆਪਣੀਆਂ ਫੌਜਾਂ ਦੇ ਕੋਲ ਨਹੀਂ ਹੈ। ਜੇ ਅਬਦਾਲੀ ਦਾ ਸਾਹਮਣਾ ਕਰਨਾ ਹੈ ਤਾਂ ਫਿਰ ਜਿਹੜਾ ਸਿੱਖਾਂ ਨੂੰ ਹੱਥ ਮਿਲਾਉਣਾ ਪਵੇਗਾ, ਸਿੱਖਾਂ ਨਾਲ ਸੰਧੀ ਕਰਨੀ ਪਵੇਗੀ, ਸਿੱਖਾਂ ਨੂੰ ਜਿਹੜਾ ਨਾਲ ਮਿਲਾਉਣਾ ਪਵੇਗਾ, ਉਹਨਾਂ ਦੀ ਮਦਦ ਦੇ ਨਾਲ ਹੀ ਆਪਾਂ ਸਾਰੀਆਂ ਮੁਸੀਬਤਾਂ ਦਾ ਹੱਲ ਕਰ ਸਕਦੇ ਹਾਂ। ਦੀਨਾ ਬੇਪੀ ਸ਼ਾਹਿਦੀ ਪੂਰੀ, ਦੀਨਾ ਬੇਗ ਪਿਸ਼ਾਦੀ ਪੂਰੀ। ਜਦੋਂ ਇਹ ਗੱਲ ਹੋ ਰਹੀ ਸੀ ਤੇ ਅਦੀਨਾ ਬੇਗ ਕਹਿ ਲੱਗਾ, ਸ਼ਾਹ ਨਵਾਜ਼ ਮੀਰ ਮਨੂੰ ਜੀ ਨਵਾਬ ਜੀ ਆ ਗੱਲ ਬਿਲਕੁਲ ਦਰੁਸਤ ਹੈ, ਜਿੰਨਾ ਚਿਰ ਸਿੱਖਾਂ ਦਾ ਆਪਾਂ ਨਾਲ ਨਹੀਂ ਮਿਲਾਵਾਂਗੇ ਉਹਨਾਂ ਚਿਰ ਤੱਕ ਸਾਡਾ ਜਿਹੜਾ ਲਾਹੌਰ ਤੇ ਕਾਬਜ ਰਹਿਣਾ ਬੜਾ ਮੁਸ਼ਕਲ ਜੀ, ਕਿਉਂਕਿ ਸਿੱਖਾਂ ਦੀ ਤਾਕਤ ਮੈਂ ਅੱਖੀ ਵੇਖੀ ਹੋਈ ਹੈ। 3 ਤੋਂ ਵੱਧ ਮਹੀਨੇ ਮੈਂ ਘੇਰਾ ਪਾ ਕੇ ਰੱਖਿਆ, ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹਨ, ਅੰਦਰ ਰਸਤ ਪਾਣੀ ਮੁੱਕ ਗਿਆ, ਅਸਲਾ ਬਰੂਦ ਮੁੱਕ ਗਿਆ, ਪਰ ਨਾ ਤਾਂ ਉਹਨਾਂ ਤੇ ਕੋਈ ਆਂਚ ਆਈ ਤੇ ਨਾ ਉਹਨਾਂ ਨੇ ਕਿਲੇ ਤੇ ਕੋਈ ਆਂਚ ਆਉਣ ਦਿੱਤੀ ਹੈ। ਜਿਸ ਕਰਕੇ ਸਿੱਖਾਂ ਦੀ ਤਾਕਤ ਨੂੰ ਮੈਂ ਅੱਖੀ ਵੇਖਿਆ ਹੋਇਆ ਹੈ ਤੇ ਜੰਗੀ ਗੱਲ ਇਹੋ ਹੈ, ਕੌੜਾ ਮੱਲ ਜੀ ਦੀ ਗੱਲ ਮੰਨ ਕੇ ਸਿੱਖਾਂ ਨਾਲ ਸੁਲਾਹ ਕਰ ਲਈ ਜਾਵੇ, ਸਿੱਖਾਂ ਦੀਆਂ ਸ਼ਰਤਾਂ ਪੂਰੀਆਂ ਕਰ ਦੇਵੋ ਤੇ ਸਿੱਖਾਂ ਨੇ ਸਾਡੀ ਮਦਦ ਕਰ ਦੇਣੀ ਹੈ, ਕਿਉਂਕਿ ਦੀਨਾ ਬੇਗ ਵੀ ਸ਼ਾਹਦੀ ਪੂਰੀ। ਅਦੀਨਾ ਬੇਗ ਵੀ ਜਿਹੜਾ ਸੀ ਉਹ ਵੀ ਸਿੱਖਾਂ ਦਾ ਅੰਦਰੋਂ ਹਮਾਇਤੀ ਸੀ, ਬਾਹਰੀ ਤੌਰ ਤੇ ਭਾਵੇਂ ਸਰਕਾਰੀ ਨੌਕਰ ਹੋਣ ਕਰਕੇ ਉਹਨੂੰ ਜਿਹੜਾ ਸਰਕਾਰ ਦਾ ਸਾਥ ਦੇਣਾ ਪੈਂਦਾ ਸੀ, ਪਰ ਅਦੀਨਾ ਬੇਗ ਵੀ ਅੰਦਰੋਂ ਸਿੱਖਾਂ ਨਾਲ ਲੜਨਾ ਨਹੀਂ ਸੀ ਚਾਹੁੰਦਾ, ਕਿਉਂਕਿ ਅਦੀਨਾ ਬੇਗ ਦੀ ਤਾਕਤ ਸਿੱਖਾਂ ਸਾਹਮਣੇ ਬਹੁਤ ਫਿੱਕੀ ਹੈ, ਉਹ ਬਹੁਤ ਜ਼ਿਆਦਾ ਕਮਜ਼ੋਰ ਸੀ। ਮੀਰ ਮਨੂੰ ਕੇ ਗਿਣਤੀ ਹਜ਼ੂਰੀ, ਮੀਰ ਮਨੂੰ ਨੇ ਗਿਣਤੀ ਹਜ਼ੂਰੀ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਮੀਰ ਮਨੂੰ ਨਾਲ ਸਾਰੀ ਸਲਾਹ ਕੀਤੀ ਗਈ, ਮੀਰ ਮਨੂੰ ਨੇ ਸਲਾਹਕਾਰਾਂ ਦੀਆਂ ਸਲਾਹਾਂ ਨੂੰ ਸੁਣਿਆ ਤੇ ਫਿਰ ਹਾਰ ਕੇ ਮੀਰ ਮਨੂੰ ਕਹਿਣ ਲੱਗਾ ਕਿ ਆਪਾਂ ਵਾਕਈ ਹੀ ਇਹਨਾਂ ਨਾਲ ਗੱਲਬਾਤ ਕਰ ਲੈਨੇ ਹਾਂ, ਤੇ ਗੱਲਬਾਤ ਕਰਨ ਵਾਸਤੇ ਫਿਰ ਜਿਹੜਾ ਜੱਸਾ ਸਿੰਘ ਆਲੂਵਾਲ ਨੂੰ ਚੁਣਿਆ ਗਿਆ ਕਿ ਜਿਹੜਾ ਸੁਲਤਾਨੇ ਕੌਮ ਅਗਵਾਈ ਕਰ ਰਿਹਾ ਹੈ ਉਹਦੇ ਨਾਲ ਗੱਲਬਾਤ ਕੀਤੀ ਜਾਵੇ, ਉਹਨਾਂ ਤੋਂ ਇਲਾਵਾ ਜਿਹੜਾ ਵਾ ਹੋਰ ਆਪਾਂ ਕਿਸੇ ਨਾਲ ਗੱਲ ਨਹੀਂ ਕਰਨੀ। ਮੀਰ ਮਨੂੰ ਤੇ ਲਿਓ ਕਹਾਏ, ਮੀਰ ਮਨੂੰ ਨੇ ਲਿਓ ਕਹਾਏ। ਕੌੜਾ ਮੱਲ ਨੇ ਆਪਣੀ ਸਿਆਣਪ ਦੇ ਨਾਲ, ਬੁੱਧੀ ਦੇ ਨਾਲ ਮੀਰ ਮਨੂੰ ਨੂੰ ਮਨਾ ਲਿਆ ਤੇ ਕੌੜਾ ਮੱਲ ਵਿਚੋਲਾ ਪੈ ਕੇ ਫਿਰ ਸਿੱਖਾਂ ਦੇ ਨਾਲ ਗੱਲਬਾਤ ਕਰਦਾ ਹੈ। ਕੌੜਾ ਮੱਲ ਸਿੰਘ ਲੈ ਚੜਾਏ, ਕੌੜਾ ਮੱਲ ਸਿੰਘ ਲਏ ਚੜਾਏ। ਕੌੜਾ ਮੱਲ ਸਾਰੀ ਗੱਲਬਾਤ ਕਰਨ ਵਾਸਤੇ ਸਿੱਖਾਂ ਦੇ ਕੋਲ ਆਇਆ ਹੈ ਤੇ ਸਿੱਖ
ਅੰਮ੍ਰਿਤਸਰ ਦੀ ਧਰਤੀ ਤੇ ਬੈਠੇ ਹੋਏ ਹਨ। ਦੀਵਾਨ ਲੱਗਾ ਹੋਇਆ ਹੈ ਤੇ ਕੌੜਾ ਮੱਲ ਆ ਕੇ ਫਤਿਹ ਬੁਲਾਉਂਦਾ ਹੈ, ਮੱਥਾ ਟੇਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੱਲਬਾਤ ਕਰਦਾ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ। ਕਹਿਣ ਲੱਗਾ, ਖਾਲਸਾ ਜੀ ਮੈਂ ਤੁਹਾਨੂੰ ਅੰਦਰੋਂ ਦਿਲੋਂ ਪਿਆਰ ਕਰਦਾ ਹਾਂ, ਕਿਉਂਕਿ ਮੈਂ ਸਰਕਾਰੀ ਨੌਕਰ ਹਾਂ। ਮੈਨੂੰ ਤੁਹਾਡੇ ਪ੍ਰਤੀ ਮੈਂ ਆਉਣਾ ਨਹੀਂ ਸੀ ਚਾਹੁੰਦਾ, ਪਰ ਆਉਣਾ ਪੈਂਦਾ ਸਮੇਂ ਨੂੰ ਵੇਖਦੇ ਇਸ ਹਿਸਾਬ ਦੇ ਨਾਲ, ਜਿਸ ਕਰਕੇ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਆਇਆ ਹਾਂ। ਮੁਸੀਬਤਾਂ ਦਾ ਪਹਾੜ ਟੁੱਟ ਪਿਆ ਮੀਰ ਮਨੂ ਦੇ ਉੱਤੇ, ਤਾਂ ਮੀਰ ਮਨੂ ਤੁਹਾਡੀ ਸ਼ਰਨ ਆਇਆ ਹੈ, ਤਾਂ ਤੁਹਾਡੀ ਸ਼ਰਨ ਆਇਆ ਹੋਇਆ ਕਦੀ ਖਾਲੀ ਨਹੀਂ ਗਿਆ। ਜਿਸ ਕਰਕੇ ਮੈਂ ਸਾਰੀ ਗੱਲਬਾਤ ਉਹਨਾਂ ਵੱਲੋਂ ਕਰਕੇ ਤੁਹਾਡੀ ਮਦਦ ਲੈਣ ਵਾਸਤੇ ਆਇਆ ਹਾਂ। ਤੁਸੀਂ ਸਾਡੀ ਮਦਦ ਕਰਕੇ ਸਾਡੇ ਲਾਹੌਰ ਨੂੰ ਬਚਾ ਦੇਵੋ ਅਤੇ ਮੁਲਤਾਨ ਨੂੰ ਬਚਾ ਦੇਵੋ ਅਤੇ ਦੁਸ਼ਮਣ ਸ਼ਾਹ ਨਵਾਜ਼ ਨੂੰ ਮਾਰ ਦੇਵੋ, ਕਿਉਂਕਿ ਸ਼ਾਹ ਨਵਾਜ਼ ਜਿੰਨਾ ਸਾਡਾ ਦੁਸ਼ਮਣ ਹੈ ਉਹ ਤੁਹਾਡਾ ਵੀ ਉਨਾ ਹੀ ਦੁਸ਼ਮਣ ਹੈ, ਕਿਉਂਕਿ ਉਹਦੇ ਭਰਾ ਨੇ ਤੁਹਾਡੇ ਨਾਲ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਤੇ ਇਸ ਸ਼ਾਹ ਨਵਾਜ਼ ਨੇ ਵੀ ਤੁਹਾਡੇ ਨਾਲ ਚੰਗੀ ਨਹੀਂ ਕੀਤੀ। ਕੌੜਾ ਮੱਲ ਨੇ ਸਾਰੀ ਗੱਲ ਕਹੀ ਤੇ ਫਿਰ ਜੱਸਾ ਸਿੰਘ ਆਹਲੂਵਾਲੀਆ ਕਹਿੰਦਾ, ਕੌੜਾ ਮੱਲ ਜੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹ ਖਾਲਸੇ ਦਾ ਸੁਭਾਅ ਕਿ ਦੁਸ਼ਮਣ ਵੀ ਆ ਜਾਵੇ ਖਾਲਸਾ ਖਾਲੀ ਹੱਥ ਨਹੀਂ ਜਾਣ ਦਿੰਦਾ, ਪਰ ਖਾਲਸਾ ਝੁਕੇਗਾ ਨਹੀਂ, ਝੁਕਾਵੇਗਾ। ਜੇ ਮੀਰ ਮਨੂ ਝੁਕਿਆ ਹੋਇਆ ਹੈ ਤੇ ਨਾਲ ਸਾਡੀਆਂ ਆ ਸ਼ਰਤਾਂ ਪੂਰੀਆਂ ਕਰ ਦਵੇ, ਸਾਨੂੰ ਆ ਜਿਹੜੇ ਸਾਡੇ ਹੱਕ ਮਿਲ ਜਾਣ, ਅਸੀਂ ਤੁਹਾਡੀ ਮਦਦ ਕਰਾਂਗੇ। ਕੌੜਾ ਮੱਲ ਨੇ ਬੜੇ ਸਿਆਣਪ ਨਾਲ ਗੱਲ ਕੀਤੀ। ਖਾਲਸੇ ਨੇ ਸ਼ਰਤਾਂ ਰੱਖੀਆਂ, ਉਹ ਸ਼ਰਤਾਂ ਫਿਰ ਕੌੜਾ ਮੱਲ ਮੀਰ ਮਨੂ ਨੂੰ ਦੱਸਦਾ ਹੈ ਤੇ ਮੀਰ ਮਨੂ ਨਾਲ ਸ਼ਰਤਾਂ ਨੂੰ ਪ੍ਰਵਾਨਗੀ ਦੇ ਕੇ ਸਿੱਖਾਂ ਦੀਆਂ ਸ਼ਰਤਾਂ ਪੂਰੀਆਂ ਕਰਦਾ ਤੇ ਸਿੱਖ ਫਿਰ ਕਿਵੇਂ ਮਦਦ ਕਰਕੇ ਸ਼ਾਹ ਨਵਾਜ਼ ਦਾ ਸੌਦਾ ਲਾਉਂਦੇ ਹਨ, ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ।